ਓਸ਼ੋ ਦੀ ਪੁਸਤਕ ਮੈਂ ਮੌਤ ਸਿਖਾਉਂਦਾ ਹਾਂ ਵਿੱਚ ਓਸ਼ੋ ਦਾ ਅਨੁਭਵ। ਇੱਕ ਅਨੋਖਾ ਅਨੁਭਵ ਮੈਨੂੰ ਹੋਇਆ। ਉਹ ਮੈਂ ਕਹਾਂ, ਅਜੇ ਤੱਕ ਉਹਨੂੰ ਕਦੇ ਨਹੀਂ ਕਿਹਾ। ਅਚਾਨਕ ਖਿਆਲ ਆ ਗਿਆ ਤਾਂ ਕਹਿੰਦਾ ਹਾਂ। ਕੋਈ 17-18 ਸਾਲ ਪਹਿਲਾਂ ਬਹੁਤ ਰਾਤਾਂ ਤੱਕ ਮੈਂ ਸਿਰਫ ਬਿਰਛ ਦੇ ਉੱਪਰ ਬੈਠ ਕੇ ਧਿਆਨ ਕਰਦਾ ਸੀ। ਅਜਿਹਾ ਬਾਰ-ਬਾਰ ਅਨੁਭਵ ਹੋਇਆ ਕਿ ਜ਼ਮੀਨ ਤੇ ਬੈਠ ਕੇ ਧਿਆਨ ਕਰਨ ਨਾਲ ਸਰੀਰ ਬਹੁਤ ਤਕੜਾ ਹੁੰਦਾ ਹੈ। ਸਰੀਰ ਬਣਦਾ ਹੈ ਪ੍ਰਿਥਵੀ ਨਾਲ, ਤੇ ਪ੍ਰਿਥਵੀ ਤੇ ਬੈਠ ਕੇ ਧਿਆਨ ਕਰਨ ਨਾਲ ਸਰੀਰ ਦੀ ਸ਼ਕਤੀ ਬਹੁਤ ਤਕੜੀ ਹੁੰਦੀ ਹੈ। ਉਹ ਜੋ ਉਚਾਈਆਂ ਤੇ ਹਾਈਟਸ ਉੱਤੇ, ਪਹਾੜਾਂ ਉੱਤੇ, ਹਿਮਾਲਿਆ ਜਾਣ ਵਾਲੇ ਜੋਗੀਆਂ ਦਾ ਜ਼ਿਕਰ ਹੈ, ਉਹ ਬੇਵਜ੍ਹਾ ਨਹੀਂ ਹੈ, ਬਹੁਤ ਵਿਗਿਆਨਕ ਹੈ। ਜਿੰਨੀ ਪ੍ਰਿਥਵੀ ਤੋਂ ਦੂਰੀ ਵੱਧਦੀ ਹੈ ਸਰੀਰ ਦੀ, ਓਨਾ ਹੀ ਸਰੀਰ ਤੱਤ ਦਾ ਪ੍ਰਭਾਵ ਅੰਦਰ ਘੱਟ ਹੁੰਦਾ ਚਲਾ ਜਾਂਦਾ ਹੈ। ਤਾਂ ਇੱਕ ਵੱਡੇ ਬਿਰਛ ਉੱਤੇ ਬੈਠ ਕੇ ਮੈਂ ਧਿਆਨ ਕਰਦਾ ਸੀ ਰੋਜ਼ਾਨਾ ਰਾਤ ਨੂੰ। ਇੱਕ ਦਿਨ ਧਿਆਨ 'ਚ ਕਦ ਕਿੰਨਾ ਲੀਨ ਹੋ ਗਿਆ ਮੈਨੂੰ ਪਤਾ ਨਹੀਂ, ਤੇ ਕਦ ਸਰੀਰ ਬਿਰਛ ਤੋਂ ਡਿੱਗ ਗਿਆ ਉਹ ਮੈਨੂੰ ਪਤਾ ਨਹੀਂ। ਜਦ ਹੇਠਾਂ ਡਿੱਗਿਆ ਸਰੀਰ, ਤਦ ਮੈਂ ਚੌਂਕ ਕੇ ਦੇਖਿਆ ਕਿ ਇਹ ਕੀ ਹੋ ਗਿਆ। ਮੈਂ ਤਾਂ ਬਿਰਛ ਉੱਤੇ ਹੀ ਸੀ ਤੇ ਸਰੀਰ ਹੇਠਾਂ ਡਿੱਗ ਗਿਆ। ਕਿਹੋ ਜਿਹਾ ਹੋਇਆ ਅਨੁਭਵ ਕਹਿਣਾ ਬਹੁਤ ਮੁਸ਼ਕਿਲ ਹੈ। ਮੈਂ ਤਾਂ ਬਿਰਛ ਉੱਪਰ ਹੀ ਬੈਠਾ ਸੀ ਤੇ ਸਰੀਰ ਹੇਠਾਂ ਡਿੱਗਿਆ ਪਿਆ ਸੀ, ਤੇ ਮੈਨੂੰ ਨਜ਼ਰ ਆ ਰਿਹਾ ਸੀ ਕਿ ਉਹ ਹੇਠਾਂ ਡਿੱਗ ਗਿਆ ਹੈ। ਸਿਰਫ ਇੱਕ ਚਾਂਦੀ ਦੀ ਤਾਰ, ਇੱਕ ਸਿਲਵਰ ਕਾਰਡ ਨਾਭੀ ਤੋਂ ਮੇਰੇ ਨਾਲ ਜੁੜੀ ਹੋਈ ਸੀ। ਇੱਕ ਬੇਹੱਦ ਚਮਕਦਾਰ ਸਫੇਦ ਰੇਖਾ। ਕੁਝ ਵੀ ਸਮਝ ਦੇ ਬਾਹਰ ਸੀ ਕਿ ਹੁਣ ਕੀ ਹੋਏਗਾ, ਕਿਵੇਂ ਵਾਪਸ ਪਰਤਾਂਗਾ। ਕਿੰਨਾ ਚਿਰ ਇਹ ਹਾਲਤ ਰਹੀ ਹੋਏਗੀ ਪਤਾ ਨਹੀਂ, ਪਰ ਅਨੋਖਾ ਅਨੁਭਵ ਹੋਇਆ। ਸਰੀਰ ਦੇ ਬਾਹਰ ਤੋਂ ਪਹਿਲੀ ਵਾਰ ਦੇਖਿਆ ਸਰੀਰ ਨੂੰ, ਤੇ ਸਰੀਰ ਉਸੇ ਦਿਨ ਤੋਂ ਖਤਮ ਹੋ ਗਿਆ। ਮੌਤ ਉਸੇ ਦਿਨ ਤੋਂ ਖਤਮ ਹੋ ਗਈ, ਕਿਉਂਕਿ ਇੱਕ ਹੋਰ ਦੇਹ ਨਜ਼ਰ ਆਈ ਜੋ ਸਰੀਰ ਤੋਂ ਵੱਖਰੀ ਹੈ। ਇੱਕ ਹੋਰ ਸੂਖਮ ਸਰੀਰ ਦਾ ਅਨੁਭਵ ਹੋਇਆ। ਕਿੰਨਾ ਚਿਰ ਰਿਹਾ ਕਹਿਣਾ ਮੁਸ਼ਕਿਲ ਹੈ। ਸਵੇਰ ਹੁੰਦਿਆਂ ਹੁੰਦਿਆਂ 2 ਔਰਤਾਂ ਉੱਥੋਂ ਨਿਕਲੀਆਂ ਦੁੱਧ ਲੈ ਕੇ ਕਿਸੇ ਪਿੰਡ ਤੋਂ, ਤੇ ਉਹਨਾਂ ਨੇ ਆ ਕੇ ਪਿਆ ਹੋਇਆ ਸਰੀਰ ਦੇਖਿਆ। ਮੈਂ ਉਹ ਸਭ ਦੇਖ ਰਿਹਾ ਉੱਪਰੋਂ ਕਿ ਉਹ ਨੇੜੇ ਆ ਕੇ ਬੈਠ ਗਈਆਂ। ਕੋਈ ਮਰ ਗਿਆ, ਤੇ ਉਹਨਾਂ ਨੇ ਸਿਰ ਉੱਤੇ ਹੱਥ ਰੱਖਿਆ, ਤੇ ਇੱਕ ਪਲ 'ਚ ਜਿਵੇਂ ਤਿੱਖੇ ਖਿਚਾਅ ਨਾਲ ਮੈਂ ਵਾਪਸ ਆਪਣੇ ਸਰੀਰ 'ਚ ਆ ਗਿਆ ਤੇ ਅੱਖ ਖੁੱਲ ਗਈ। ਤਦ ਇੱਕ ਦੂਸਰਾ ਅਨੁਭਵ ਵੀ ਹੋਇਆ। ਉਹ ਦੂਸਰਾ ਅਨੁਭਵ ਇਹ ਹੋਇਆ ਕਿ ਇਸਤਰੀ ਪੁਰਸ਼ ਦੇ ਸਰੀਰ ਵਿੱਚ ਇੱਕ ਕੀਮੀਆ ਤੇ ਕੈਮੀਕਲਸ ਚੇਂਜ ਪੈਦਾ ਕਰ ਸਕਦੀ ਹੈ। ਇਹ ਵੀ ਖਿਆਲ ਹੋਇਆ ਕਿ ਉਸ ਇਸਤਰੀ ਦਾ ਛੋਹਣਾ ਤੇ ਮੇਰਾ ਵਾਪਸ ਪਰਤ ਆਉਣਾ ਇਹ ਕਿਵੇਂ ਹੋ ਗਿਆ। ਫਿਰ ਤਾਂ ਬਹੁਤ ਅਨੁਭਵ ਹੋਈ ਇਸ ਗੱਲ ਦੇ, ਤੇ ਤਦ ਮੈਨੂੰ ਸਮਝ ਆਇਆ ਕਿ ਹਿੰਦੁਸਤਾਨ 'ਚ ਜਿਨ੍ਹਾਂ ਤਾਂਤਰਿਕਾਂ ਨੇ ਸਮਾਧੀ ਉੱਤੇ ਤੇ ਮੌਤ ਉੱਤੇ ਸਭ ਤੋਂ ਵੱਧ ਪ੍ਰਯੋਗ ਕੀਤੇ ਸਨ, ਉਹਨਾਂ ਨੇ ਕਿਉਂ ਇਸਤਰੀਆਂ ਨੂੰ ਆਪਣੇ ਨਾਲ ਬੰਨ੍ਹ ਲਿਆ ਸੀ। ਗੂੜੀ ਸਮਾਧੀ ਦੇ ਪ੍ਰਯੋਗ 'ਚ ਜੇਕਰ ਸਰੀਰ ਦੇ ਬਾਹਰ ਤੇਜਸ ਸਰੀਰ ਚਲਾ ਗਿਆ, ਸੂਖਮ ਸਰੀਰ ਚਲਾ ਗਿਆ, ਤਾਂ ਬਿਨਾਂ ਇਸਤਰੀ ਦੀ ਮਦਦ ਤੋਂ ਪੁਰਸ਼ ਦੇ ਤੇਜਵਾਨ ਸਰੀਰ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ। ਜਾਂ ਇਸਤਰੀ ਦਾ ਤੇਜਸ ਸਰੀਰ ਜੇਕਰ ਬਾਹਰ ਚਲਾ ਗਿਆ ਤਾਂ ਬਿਨਾਂ ਪੁਰਖ ਦੀ ਸਹਾਇਤਾ ਨਾਲ ਉਹਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ। ਇਸਤਰੀ ਤੇ ਪੁਰਸ਼ ਦੇ ਸਰੀਰ ਦੇ ਮਿਲਦਿਆਂ ਹੀ ਇੱਕ ਬਿਜਲਈ ਘੇਰਾ, ਇੱਕ ਇਲੈਕਟ੍ਰੀਕਲ ਸਰਕਲ ਪੂਰਾ ਹੋ ਜਾਂਦਾ ਹੈ, ਤੇ ਉਹ ਜੋ ਬਾਹਰ ਨਿਕਲ ਗਈ ਹੈ ਚੇਤਨਾ ਤੇਜ਼ੀ ਨਾਲ ਫਿਰ ਅੰਦਰ ਵਾਪਸ ਪਰਤ ਆਉਂਦੀ ਹੈ। ਫਿਰ ਤਾਂ 6 ਮਹੀਨਿਆਂ 'ਚ ਕੋਈ 6 ਵਾਰ ਇਹ ਅਨੁਭਵ ਹੋਇਆ ਲਗਾਤਾਰ, ਤੇ 6 ਮਹੀਨਿਆਂ 'ਚ ਮੈਨੂੰ ਅਨੁਭਵ ਹੋਇਆ ਕਿ ਮੇਰੀ ਉਮਰ ਘੱਟ ਤੋਂ ਘੱਟ 10 ਸਾਲ ਘੱਟ ਹੋ ਗਈ। ਘੱਟ ਹੋ ਗਈ ਤੋਂ ਭਾਵ ਜੇਕਰ ਮੈਂ 70 ਸਾਲ ਜਿਉਂਦਾ ਰਹਿੰਦਾ ਤਾਂ 60 ਸਾਲ ਹੀ ਜਿਉ ਸਕਾਂਗਾ। 6 ਮਹੀਨਿਆਂ 'ਚ ਅਜੀਬ ਜਿਹੇ ਅਨੁਭਵ ਹੋਏ। ਛਾਤੀ ਦੇ ਸਾਰੇ ਵਾਲ ਮੇਰੇ ਸਫੈਦ ਹੋ ਗਏ 6 ਮਹੀਨਿਆਂ ਦੇ ਅੰਦਰ। ਮੇਰੀ ਸਮਝ ਤੋਂ ਬਾਹਰ ਹੋ ਗਿਆ ਕਿ ਕੀ ਹੋ ਰਿਹਾ ਹੈ। ਤਦ ਇਹ ਵੀ ਖਿਆਲ ਆਇਆ ਕਿ ਇਸ ਸਰੀਰ ਤੇ ਇਸ ਸਰੀਰ ਦੇ ਵਿਚਕਾਰ ਸੰਬੰਧ 'ਚ ਵਿਘਨ ਪੈ ਗਿਆ ਹੈ। ਉਹਨਾਂ ਦੋਹਾਂ ਦਾ ਜੋ ਤਾਲਮੇਲ ਸੀ ਉਹ ਟੁੱਟ ਗਿਆ, ਤੇ ਤਦ ਮੈਨੂੰ ਇਹ ਵੀ ਸਮਝ ਆਇਆ ਕਿ ਸ਼ੰਕਰਾਚਾਰੀਆ ਦਾ 33 ਸਾਲ ਦੀ ਉਮਰ 'ਚ ਮਰ ਜਾਣਾ ਜਾਂ ਵਿਵੇਕਾਨੰਦ ਦਾ 36 ਸਾਲ ਦੀ ਉਮਰ 'ਚ ਮਰ ਜਾਣਾ ਕੁਝ ਹੋਰ ਹੀ ਕਾਰਨ ਰੱਖਦਾ ਹੈ। ਜੇਕਰ ਇਹਨਾਂ ਦੋਹਾਂ ਦਾ ਸੰਬੰਧ ਬਹੁਤ ਤੇਜ਼ੀ ਨਾਲ ਟੁੱਟ ਜਾਏ ਤਾਂ ਜੀਣਾ ਮੁਸ਼ਕਿਲ ਹੈ। ਤੇ ਤਦ ਮੈਨੂੰ ਇਹ ਵੀ ਖਿਆਲ ਆਇਆ ਕਿ ਰਾਮ ਕ੍ਰਿਸ਼ਨ ਪਰਮਹੰਸ ਦਾ ਬਹੁਤ ਬਿਮਾਰੀਆਂ ਨਾਲ ਘਿਰਿਆ ਰਹਿਣਾ
ਤੇ ਰਮਨ ਦਾ ਕੈਂਸਰ ਨਾਲ ਮਰ ਜਾਣ ਦਾ ਵੀ ਕਾਰਨ ਸਰੀਰਕ ਨਹੀਂ, ਉਸ ਵਿਚਕਾਰਲੇ ਤਾਲਮੇਲ ਦਾ ਟੁੱਟ ਜਾਣਾ ਹੀ ਕਾਰਨ ਹੈ। ਲੋਕ ਆਮ ਤੌਰ ਤੇ ਕਹਿੰਦੇ ਹਨ ਕਿ ਜੋਗੀ ਬਹੁਤ ਤੰਦਰੁਸਤ ਹੁੰਦੇ ਹਨ, ਪਰ ਸੱਚਾਈ ਬਿਲਕੁਲ ਉਲਟੀ ਹੈ। ਸੱਚਾਈ ਅੱਜ ਤੱਕ ਇਹ ਹੈ ਕਿ ਜੋਗੀ ਹਮੇਸ਼ਾ ਬਿਮਾਰ ਰਿਹਾ ਹੈ ਤੇ ਘੱਟ ਉਮਰ 'ਚ ਮਰਦਾ ਰਿਹਾ ਹੈ। ਉਹਦਾ ਕੁੱਲ ਕਾਰਨ ਇੰਨਾ ਹੀ ਹੈ ਕਿ ਉਹਨਾਂ ਦੋਹਾਂ ਸਰੀਰਾਂ ਦੇ ਦਰਮਿਆਨ ਜੋ ਐਡਜਸਟਮੈਂਟ ਚਾਹੀਦੀ ਹੈ, ਜੋ ਤਾਲਮੇਲ ਚਾਹੀਦਾ ਹੈ, ਉਸ 'ਚ ਵਿਘਨ ਪੈ ਜਾਂਦਾ ਹੈ। ਜਿਉਂ ਹੀ ਇੱਕ ਵਾਰ ਉਹ ਸਰੀਰ ਬਾਹਰ ਹੋਇਆ, ਫਿਰ ਠੀਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕਦੇ ਵੀ ਪੂਰੀ ਹਾਲਤ 'ਚ ਅੰਦਰ ਦਾਖਲ ਨਹੀਂ ਹੋ ਪਾਉਂਦਾ, ਪਰ ਉਹਦੀ ਕੋਈ ਲੋੜ ਵੀ ਨਹੀਂ ਰਹਿ ਜਾਂਦੀ, ਉਹਦਾ ਕੋਈ ਮਨੋਰਥ ਵੀ ਨਹੀਂ ਰਹਿ ਜਾਂਦਾ, ਉਹਦਾ ਕੋਈ ਅਰਥ ਵੀ ਨਹੀਂ ਰਹਿ ਜਾਂਦਾ। ਸੰਕਲਪ ਨਾਲ ਅੰਦਰ ਖਿੱਚੀ ਜਾ ਸਕਦੀ ਹੈ ਊਰਜਾ, ਸਿਰਫ ਸੰਕਲਪ ਨਾਲ, ਸਿਰਫ ਇਹ ਧਾਰਨਾ, ਸਿਰਫ ਇਹ ਭਾਵਨਾ ਕਿ ਮੈਂ ਅੰਦਰ ਵਾਪਸ ਪਰਤ ਆਵਾਂ, ਵਾਪਸ ਪਰਤ ਆਵਾਂ, ਵਾਪਸ ਪਰਤ ਆਵਾਂ। ਇਹਦੀ ਤੇਜ਼ ਪੁਕਾਰ, ਇਹਦਾ ਤੇਜ਼ ਅੰਦੋਲਨ, ਪੂਰੇ ਪ੍ਰਾਣ ਇਸ ਨਾਲ ਭਰ ਜਾਣ ਕਿ ਮੈਂ ਅੰਦਰ ਵਾਪਸ ਪਰਤ ਆਵਾਂ, ਮੈਂ ਕੇਂਦਰ ਤੇ ਵਾਪਸ ਪਰਤ ਆਵਾਂ। ਇਹਦੀ ਇੰਨੀ ਤੇਜ਼ ਪੁਕਾਰ ਕਿ ਕਣ ਕਣ 'ਚ ਸਰੀਰ ਦੇ ਗੂੰਜ ਜਾਏ, ਸਾਹ ਨੂੰ ਫੜ ਲਏ, ਤੇ ਕਿਸੇ ਦਿਨ ਵੀ ਇਹ ਘਟਨਾ ਵਾਪਰ ਜਾਂਦੀ ਹੈ ਤੇ ਇੱਕ ਝਟਕੇ ਦੇ ਨਾਲ ਤੁਸੀਂ ਅੰਦਰ ਪਹੁੰਚ ਜਾਂਦੇ ਹੋ ਤੇ ਪਹਿਲੀ ਵਾਰ ਫਰੋਮ ਵਿਦਿਨ ਸਰੀਰ ਨੂੰ ਵੇਖਦੇ ਹੋ। ਇਹ ਜੋ ਹਜ਼ਾਰਾਂ ਨਾੜਾਂ ਦੀ ਗੱਲ ਕੀਤੀ ਹੈ ਯੋਗ ਨੇ, ਉਹ ਫਿਜ਼ੀਓਲੋਜੀ ਨੂੰ ਜਾਣ ਕੇ ਨਹੀਂ ਕੀਤੀ। ਸਰੀਰ ਸ਼ਾਸਤਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਉਹ ਨਾੜਾਂ ਜਾਣੀਆਂ ਗਈਆਂ ਹਨ ਅੰਦਰ ਤੋਂ, ਤੇ ਇਸ ਲਈ ਅੱਜ ਜਦ ਫਿਜ਼ੀਓਲੋਜੀ ਉਹਨਾਂ ਤੇ ਵਿਚਾਰ ਕਰਦੀ ਹੈ ਤਾਂ ਪਾਉਂਦੀ ਹੈ ਕਿ ਉਹ ਨਾੜਾਂ ਕਿੱਥੇ ਹਨ। ਇਹ ਜੋ 7 ਚੱਕਰ ਦੱਸੇ ਹਨ, ਇਹ ਕਿੱਥੇ ਹਨ? ਉਹ ਕਿਤੇ ਵੀ ਨਹੀਂ ਹਨ ਸਰੀਰ ਵਿੱਚ, ਸਰੀਰ 'ਚੋਂ ਕਿਤੇ ਵੀ ਨਹੀਂ ਹਨ, ਕਿਉਂਕਿ ਸਰੀਰ ਨੂੰ ਅਸੀਂ ਬਾਹਰ ਤੋਂ ਜਾਂਚ ਰਹੇ ਹਾਂ, ਉਹ ਕਿਤੇ ਨਹੀਂ ਮਿਲਣਗੇ। ਇੱਕ ਹੋਰ ਜਾਂਚ ਹੈ ਸਰੀਰ ਨੂੰ ਅੰਦਰ ਤੋਂ ਜਾਣਨਾ, ਇਨਰ ਫਿਜ਼ੀਓਲੋਜੀ। ਉਹ ਬਹੁਤ ਸਟਲ ਫਿਜ਼ੀਓਲੋਜੀ ਹੈ, ਉਹ ਬਹੁਤ ਸੂਖਮ ਸਰੀਰ ਸ਼ਾਸਤਰ ਹੈ। ਉੱਥੋਂ ਤੋਂ ਜਾਣਨ ਤੋਂ ਜੋ ਨਾੜਾਂ ਜਾਣੀਆਂ ਗਈਆਂ, ਜੋ ਕੇਂਦਰ ਜਾਣੇ ਗਏ, ਉਹ ਬਿਲਕੁਲ ਵੱਖਰੇ ਹਨ, ਇਸ ਸਰੀਰ 'ਚ ਲੱਭਣ ਤੇ ਵੀ ਕਿਤੇ ਨਹੀਂ ਮਿਲਣਗੇ। ਉਹ ਕੇਂਦਰ ਇਸ ਸਰੀਰ ਤੇ ਉਸ ਅੰਦਰ ਦੀ ਆਤਮਾ ਦੇ ਕੰਟੈਕਟ ਫੀਲਡਸ ਹਨ, ਜਿੱਥੇ ਦੋਵੇਂ ਮਿਲਦੇ ਹਨ। ਸਭ ਤੋਂ ਵੱਡਾ ਕੰਟੈਕਟ ਫੀਲਡ, ਸਭ ਤੋਂ ਵੱਡਾ ਸੰਪਰਕ ਦਾ ਸਥਾਨ ਨਾਭੀ ਹੈ। ਇਸ ਲਈ ਤੁਹਾਨੂੰ ਖਿਆਲ ਹੋਏਗਾ, ਜੇਕਰ ਤੁਸੀਂ ਕਾਰ ਚਲਾ ਰਹੇ ਹੋ, ਇੱਕਦਮ ਐਕਸੀਡੈਂਟ ਹੋਣ ਲੱਗੇ ਤਾਂ ਸਭ ਤੋਂ ਪਹਿਲਾਂ ਨਾਭੀ ਪ੍ਰਭਾਵਿਤ ਹੋ ਜਾਏਗੀ, ਇੱਕਦਮ ਨਾਭੀ ਗੜਬੜਾ ਜਾਏਗੀ, ਕਿਉਂਕਿ ਉੱਥੇ ਸਭ ਤੋਂ ਵੱਧ ਗੂੜਾ ਉਸ ਆਤਮਾ ਤੇ ਇਸ ਸਰੀਰ ਦੇ ਦਰਮਿਆਨ ਸੰਬੰਧ ਦਾ ਖੇਤਰ ਹੈ। ਉਹ ਸਭ ਤੋਂ ਪਹਿਲਾਂ ਗੜਬੜਾ ਜਾਏਗਾ ਮੌਤ ਨੂੰ ਦੇਖ ਕੇ। ਜਿਉਂ ਹੀ ਮੌਤ ਸਾਹਮਣੇ ਦਿਖਾਈ ਪਏਗੀ, ਨਾਭੀ ਗੜਬੜਾ ਜਾਏਗੀ ਸਾਰੇ ਸਰੀਰ ਦੇ ਕੇਂਦਰ ਤੋਂ। ਤੇ ਸਰੀਰ ਦੀ ਇੱਕ ਅੰਦਰੂਨੀ ਵਿਵਸਥਾ ਹੈ ਜੋ ਉਸ ਅੰਦਰਲੇ ਸਰੀਰ ਤੇ ਇਸ ਸਰੀਰ ਵਿਚਾਲੇ ਸੰਪਰਕ ਨਾਲ ਕਾਇਮ ਹੋਈ ਹੈ। ਜਿਨ੍ਹਾਂ ਚੱਕਰਾਂ ਦੀ ਗੱਲ ਹੈ, ਉਹ ਇਹਨਾਂ ਦੇ ਸੰਪਰਕ ਸਥਾਨ ਹਨ। ਯਕੀਨਨ ਹੀ ਇੱਕ ਵਾਰ ਅੰਦਰ ਤੋਂ ਸਰੀਰ ਨੂੰ ਜਾਣਨਾ, ਇੱਕ ਬਿਲਕੁਲ ਹੀ ਦੂਸਰੀ ਦੁਨੀਆ ਨੂੰ ਜਾਣ ਲੈਣਾ ਹੈ, ਜਿਹਦਾ ਸਾਨੂੰ ਕੋਈ ਵੀ ਪਤਾ ਨਹੀਂ। ਮੈਡੀਕਲ ਸਾਇੰਸ ਜਿਹਦੇ ਸੰਬੰਧ 'ਚ ਇੱਕ ਸ਼ਬਦ ਵੀ ਨਹੀਂ ਜਾਣਦੀ ਤੇ ਨਾ ਹੀ ਜਾਣ ਸਕੇਗੀ। ਇੱਕ ਵਾਰ ਇਹ ਅਨੁਭਵ ਹੋ ਜਾਏ ਕਿ ਮੈਂ ਵੱਖ ਤੇ ਸਰੀਰ ਵੱਖ, ਤਾਂ ਮੌਤ ਖਤਮ ਹੋ ਗਈ। ਮੌਤ ਨਹੀਂ ਹੈ ਫਿਰ ਤਾਂ ਸਰੀਰ ਦੇ ਬਾਹਰ ਆ ਕੇ ਖੜੇ ਹੋ ਕੇ ਦੇਖਿਆ ਜਾ ਸਕਦਾ ਹੈ। ਇਹ ਕੋਈ ਫਿਲਾਸਫਿਕ ਵਿਚਾਰ ਨਹੀਂ ਹੈ, ਇਹ ਕੋਈ ਦਾਰਸ਼ਨਿਕ ਤੱਤ ਦਾ ਚਿੰਤਨ ਨਹੀਂ ਹੈ ਕਿ ਮੌਤ ਕੀ ਹੈ, ਜ਼ਿੰਦਗੀ ਕੀ ਹੈ। ਜੋ ਲੋਕ ਉਸ ਉੱਤੇ ਵਿਚਾਰ ਕਰਦੇ ਹਨ, ਉਹ 2 ਕੌਡੀ ਦਾ ਵੀ ਫਲ ਕਦੇ ਨਹੀਂ ਕੱਢ ਪਾਉਂਦੇ। ਇਹ ਤਾਂ ਹੈ ਐਗਜ਼ਿਸਟੈਂਸ਼ੀਅਲ ਅਪਰੋਚ, ਇਹ ਤਾਂ ਹੈ ਵਜੂਦ ਮੁਖੀ ਖੋਜ। ਜਾਣਿਆ ਜਾ ਸਕਦਾ ਹੈ ਮੈਂ ਜ਼ਿੰਦਗੀ ਹਾਂ, ਜਾਣਿਆ ਜਾ ਸਕਦਾ ਹੈ ਮੌਤ ਮੇਰੀ ਨਹੀਂ ਹੈ, ਇਹਨੂੰ ਜੀਵਿਆ ਜਾ ਸਕਦਾ ਹੈ, ਇਹਦੇ ਅੰਦਰ ਦਾਖਲ ਹੋਇਆ ਜਾ ਸਕਦਾ ਹੈ। ਪਰ ਜੋ ਲੋਕ ਸਿਰਫ ਸੋਚਦੇ ਹਨ ਕਿ ਅਸੀਂ ਵਿਚਾਰ ਕਰਾਂਗੇ ਕਿ ਮੌਤ ਕੀ ਹੈ, ਜ਼ਿੰਦਗੀ ਕੀ ਹੈ, ਉਹ ਲੱਖ ਵਿਚਾਰ ਕਰਨ, ਜਨਮ ਵਿਚਾਰ ਕਰਨ, ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਦਾ, ਕਿਉਂਕਿ ਅਸੀਂ ਵਿਚਾਰ ਕਰਕੇ ਵਿਚਾਰ ਕਰਾਂਗੇ ਕੀ? ਸਿਰਫ ਉਹਦੇ ਸੰਬੰਧ 'ਚ ਵਿਚਾਰ ਕੀਤਾ ਜਾ ਸਕਦਾ ਜਿਹਨੂੰ ਅਸੀਂ ਜਾਣਦੇ ਹੋਈਏ, ਜੋ ਨੋਨ ਹੈ, ਜੋ ਗਿਆਤ ਹੈ, ਉਹਦੇ ਬਾਬਤ ਵਿਚਾਰ ਹੋ ਸਕਦਾ ਹੈ। ਜੋ ਅਨਨੋਨ ਹੈ, ਜੋ ਅਗਿਆਤ ਹੈ, ਉਹਦੇ ਬਾਬਤ ਕੋਈ ਵਿਚਾਰ ਨਹੀਂ ਹੋ ਸਕਦਾ। ਕਦੇ ਤੁਸੀਂ ਖਿਆਲ ਕੀਤਾ ਕਿ ਤੁਸੀਂ ਉਹਨੂੰ ਨਹੀਂ ਸੋਚ ਸਕਦੇ ਜਿਹਨੂੰ ਤੁਸੀਂ ਨਹੀਂ ਜਾਣਦੇ? ਉਹਨੂੰ ਸੋਚੋਗੇ ਕਿਵੇਂ? ਹਾਊ ਟੂ ਕਨਸੀਵ ਇਟ? ਉਹਦੀ ਕਲਪਨਾ ਹੀ ਕਿਵੇਂ ਹੋ ਸਕਦੀ ਹੈ? ਉਹਦੀ ਧਾਰਨਾ ਹੀ ਕਿਵੇਂ ਹੋ ਸਕਦੀ ਹੈ?
ਜਿਹਨੂੰ ਅਸੀਂ ਜਾਣਦੇ ਹੀ ਨਹੀਂ ਹਾਂ। ਜ਼ਿੰਦਗੀ ਅਸੀਂ ਜਾਣਦੇ ਨਹੀਂ, ਮੌਤ ਅਸੀਂ ਜਾਣਦੇ ਨਹੀਂ, ਸੋਚਾਂਗੇ ਅਸੀਂ ਕੀ? ਇਸ ਲਈ ਦੁਨੀਆ 'ਚ ਮੌਤ ਤੇ ਜ਼ਿੰਦਗੀ ਬਾਰੇ ਦਾਰਸ਼ਨਿਕਾਂ ਨੇ ਜੋ ਕਿਹਾ ਹੈ ਉਹਦਾ 2 ਕੌਡੀ ਵੀ ਮੁੱਲ ਨਹੀਂ ਹੈ। ਫਿਲਾਸਫੀ ਦੀਆਂ ਕਿਤਾਬਾਂ 'ਚ ਜੋ ਵੀ ਲਿਖਿਆ ਮੌਤ ਤੇ ਜ਼ਿੰਦਗੀ ਦੇ ਸੰਬੰਧ 'ਚ ਉਹਦਾ ਕੌਡੀ ਪਰ ਮੁੱਲ ਨਹੀਂ ਹੈ, ਕਿਉਂਕਿ ਉਹ ਲੋਕ ਸੋਚ ਸੋਚ ਕੇ ਲਿਖ ਰਹੇ ਹਨ। ਸੋਚ ਕੇ ਲਿਖਣ ਦਾ ਕੋਈ ਸਵਾਲ ਨਹੀਂ ਹੈ। ਸਿਰਫ ਯੋਗ ਨੇ ਜੋ ਕਿਹਾ ਜ਼ਿੰਦਗੀ ਤੇ ਮੌਤ ਦੇ ਸੰਬੰਧ 'ਚ, ਉਸ ਤੋਂ ਇਲਾਵਾ ਅੱਜ ਤੱਕ ਸਿਰਫ ਸ਼ਬਦਾਂ ਦੀ ਖੇਡ ਹੋਈ ਹੈ, ਕਿਉਂਕਿ ਯੋਗ ਜੋ ਕਹਿ ਰਿਹਾ ਹੈ ਉਹ ਇੱਕ ਐਗਜ਼ਿਸਟੈਂਸ਼ੀਅਲ, ਇੱਕ ਲਿਵਿੰਗ, ਇੱਕ ਜਿਉਂਦੇ ਅਨੁਭਵ ਦੀ ਗੱਲ ਹੈ। ਆਤਮਾ ਅਮਰ ਹੈ। ਇਹ ਕੋਈ ਸਿਧਾਂਤ, ਕੋਈ ਥਿਉਰੀ, ਆਈਡੀਓਲੋਜੀ ਨਹੀਂ ਹੈ। ਇਹ ਕੁਝ ਲੋਕਾਂ ਦਾ ਅਨੁਭਵ ਹੈ ਤੇ ਅਨੁਭਵ ਵੱਲ ਨੂੰ ਜਾਣਾ ਹੋਵੇ ਤਦ ਹੀ ਅਨੁਭਵ ਹੱਲ ਕਰ ਸਕਦਾ ਹੈ ਇਸ ਸਮੱਸਿਆ ਨੂੰ ਕਿ ਕੀ ਹੈ ਜ਼ਿੰਦਗੀ, ਕੀ ਹੈ ਮੌਤ। ਫਿਰ ਅਸੀਂ ਕਹਾਂਗੇ ਇਹ ਮੌਤ ਤਾਂ ਵਾਪਰ ਜਾਂਦੀ ਹੈ। ਉਹਦਾ ਕੁੱਲ ਮਤਲਬ ਇੰਨਾ ਹੈ ਕਿ ਜਿਸ ਘਰ 'ਚ ਅਸੀਂ ਨਿਵਾਸ ਕਰਦੇ ਸੀ ਉਸ ਘਰ ਨੂੰ ਛੱਡ ਕੇ ਦੂਜੇ ਘਰ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਜਿਸ ਘਰ 'ਚ ਅਸੀਂ ਰਹਿ ਰਹੇ ਸੀ ਉਸ ਘਰ ਤੋਂ ਅਸੀਂ ਦੂਜੇ ਘਰ ਵੱਲ ਦੀ ਯਾਤਰਾ ਕਰਦੇ ਹਾਂ। ਘਰ ਦੀ ਸੀਮਾ ਹੈ, ਘਰ ਦੀ ਸਮਰੱਥਾ ਹੈ। ਘਰ ਇੱਕ ਮਸ਼ੀਨ ਹੈ, ਮਸ਼ੀਨ ਥੱਕ ਜਾਂਦੀ ਹੈ, ਨਾਕਸ ਹੋ ਜਾਂਦੀ ਹੈ ਤੇ ਸਾਨੂੰ ਪਾਰ ਹੋ ਜਾਣਾ ਹੁੰਦਾ ਹੈ। ਜੇਕਰ ਵਿਗਿਆਨ ਨੇ ਵਿਵਸਥਾ ਕਰ ਲਈ ਤਾਂ ਬੰਦੇ ਦੇ ਸਰੀਰ ਨੂੰ 100, 200, 300 ਸਾਲ ਵੀ ਜਿਉਂਦਾ ਰੱਖਿਆ ਜਾ ਸਕੇਗਾ। ਪਰ ਉਸ ਨਾਲ ਇਹ ਸਾਬਤ ਨਹੀਂ ਹੋਏਗਾ ਕਿ ਆਤਮਾ ਨਹੀਂ ਹੈ। ਉਸ ਨਾਲ ਸਿਰਫ ਇੰਨਾ ਹੀ ਸਾਬਤ ਹੋਏਗਾ ਕਿ ਆਤਮਾ ਨੂੰ ਕੱਲ ਤੱਕ ਘਰ ਬਦਲਣੇ ਪੈਂਦੇ ਸੀ। ਹੁਣ ਵਿਗਿਆਨ ਨੇ ਪੁਰਾਣੇ ਹੀ ਘਰ ਨੂੰ ਫਿਰ ਤੋਂ ਠੀਕ ਕਰ ਦੇਣ ਦਾ ਇੰਤਜ਼ਾਮ ਕਰ ਦਿੱਤਾ ਹੈ ਤੇ ਉਸ ਨਾਲ ਇਹ ਸਾਬਤ ਨਹੀਂ ਹੋਏਗਾ ਕਿ ਇਸ ਭੁਲੇਖੇ 'ਚ ਕੋਈ ਵਿਗਿਆਨੀ ਨਾ ਰਹੇ ਕਿ ਅਸੀਂ ਬੰਦੇ ਦੀ ਉਮਰ ਜੇਕਰ 500 ਸਾਲ ਕਰ ਲਵਾਂਗੇ, 1000 ਸਾਲ ਕਰ ਲਾਂਗੇ ਤਾਂ ਅਸੀਂ ਸਾਬਤ ਕਰ ਦਿੱਤਾ ਹੈ ਕਿ ਬੰਦੇ ਦੇ ਅੰਦਰ ਕੋਈ ਆਤਮਾ ਨਹੀਂ ਹੈ। ਨਹੀਂ, ਇਸ ਤੋਂ ਕੁਝ ਵੀ ਸਾਬਤ ਨਹੀਂ ਹੁੰਦਾ। ਇਸ ਤੋਂ ਇੰਨਾ ਹੀ ਸਾਬਤ ਹੁੰਦਾ ਹੈ ਕਿ ਮਕੈਨਿਜ਼ਮ ਸਰੀਰ ਦਾ ਜੋ ਸੀ ਉਹਨੂੰ ਆਤਮਾ ਨੂੰ ਇਸੇ ਲਈ ਬਦਲਣਾ ਪੈਂਦਾ ਸੀ ਕਿ ਉਹ ਪੁਰਾਣਾ ਤੇ ਨਾਕਸ ਹੋ ਗਿਆ ਸੀ। ਜੇਕਰ ਉਹਨੂੰ ਰਿਪਲੇਸ ਕੀਤਾ ਜਾ ਸਕਦਾ ਹੈ, ਦਿਲ ਬਦਲਿਆ ਜਾ ਸਕਦਾ, ਅੱਖ ਬਦਲੀ ਜਾ ਸਕਦੀ ਹੈ, ਹੱਥ ਪੈਰ ਬਦਲੇ ਜਾ ਸਕਦੇ ਹਨ, ਤਾਂ ਆਤਮਾ ਨੂੰ ਸਰੀਰ ਬਦਲਣ ਦੀ ਕੋਈ ਲੋੜ ਹੀ ਨਹੀਂ। ਪੁਰਾਣੇ ਘਰ ਨਾਲ ਹੀ ਕੰਮ ਚੱਲ ਜਾਏਗਾ। ਰਿਪੇਅਰਮੈਂਟ ਹੋ ਗਿਆ, ਉਸ ਨਾਲ ਕੋਈ ਆਤਮਾ ਨਹੀਂ ਹੈ। ਉਹ ਦੂਰ ਤੋਂ ਵੀ ਸਾਬਤ ਨਹੀਂ ਹੁੰਦਾ। ਅਤੇ ਇਹ ਵੀ ਹੋ ਸਕਦਾ ਹੈ ਕਿ ਕੱਲ ਵਿਗਿਆਨ ਟੈਸਟ ਟਿਊਬ 'ਚ ਜਨਮ ਦੇ ਸਕੇ, ਜ਼ਿੰਦਗੀ ਨੂੰ ਪੈਦਾ ਕਰ ਸਕੇ, ਤਦ ਸ਼ਾਇਦ ਵਿਗਿਆਨਕ ਇਸ ਭੁਲੇਖੇ 'ਚ ਪਏਗਾ ਕਿ ਅਸੀਂ ਜ਼ਿੰਦਗੀ ਨੂੰ ਜਨਮ ਦੇ ਦਿੱਤਾ। ਉਹ ਵੀ ਗਲਤ ਹੈ। ਇਹ ਵੀ ਮੈਂ ਕਹਿ ਦੇਣਾ ਚਾਹੁੰਦਾ ਕਿ ਉਸ ਨਾਲ ਕੁਝ ਵੀ ਸਾਬਤ ਨਹੀਂ ਹੁੰਦਾ। ਮਾਂ ਤੇ ਬਾਪ ਮਿਲ ਕੇ ਕੀ ਕਰਦੇ ਹਨ? ਇੱਕ ਪੁਰਸ਼ ਤੇ ਇਸਤਰੀ ਮਿਲ ਕੇ ਕੀ ਕਰਦੇ ਹਨ? ਇਸਤਰੀ ਦੇ ਪੇਟ ਵਿੱਚ ਆਤਮਾ ਨੂੰ ਜਨਮ ਨਹੀਂ ਦਿੰਦੇ। ਦੇ ਜਸਟ ਕ੍ਰੀਏਟ ਅ ਸਿਚੁਏਸ਼ਨ। ਉਹ ਸਿਰਫ ਇੱਕ ਮੌਕਾ ਪੈਦਾ ਕਰਦੇ ਹਨ ਜਿਸ 'ਚ ਆਤਮਾ ਦਾਖਲ ਹੋ ਸਕਦੀ ਹੈ। ਮਾਂ ਤੇ ਪਿਤਾ ਦਾ ਅਣੂ ਮਿਲ ਕੇ ਇੱਕ ਅਪਰਚੁਨਿਟੀ, ਇੱਕ ਮੌਕਾ, ਇੱਕ ਸਿਚੁਏਸ਼ਨ ਪੈਦਾ ਕਰਦੇ ਹਨ ਜਿਸ 'ਚ ਆਤਮਾ ਪ੍ਰਵੇਸ਼ ਪਾ ਸਕਦੀ ਹੈ। ਕੱਲ੍ਹ ਇਹ ਵੀ ਹੋ ਸਕਦਾ ਹੈ ਕਿ ਅਸੀਂ ਟੈਸਟ ਟਿਊਬ ਵਿੱਚ ਇਹ ਸਿਚੁਏਸ਼ਨ ਪੈਦਾ ਕਰ ਦਈਏ। ਇਸ ਨਾਲ ਕੋਈ ਆਤਮਾ ਪੈਦਾ ਨਹੀਂ ਹੋ ਰਹੀ ਹੈ। ਮਾਂ ਦਾ ਪੇਟ ਵੀ ਤਾਂ ਇੱਕ ਟੈਸਟ ਟਿਊਬ ਹੈ, ਇੱਕ ਮਸ਼ੀਨੀ ਵਿਵਸਥਾ। ਉਹ ਕੁਦਰਤੀ ਹੈ। ਕੱਲ੍ਹ ਵਿਗਿਆਨ ਇਹ ਕਰ ਸਕਦਾ ਹੈ। ਪ੍ਰਯੋਗਸ਼ਾਲਾ 'ਚ ਜਿੰਨਾ ਰਸਾਇਣਿਕ ਤੱਤਾਂ ਨਾਲ ਪੁਰਸ਼ ਦਾ ਵੀਰਜ ਅਣੂ ਬਣਦਾ ਹੈ, ਇਸਤਰੀ ਦਾ ਅਣੂ ਬਣਦਾ ਹੈ, ਉਹਨਾਂ ਰਸਾਇਣਿਕ ਤੱਤਾਂ ਦੀ ਪੂਰੀ ਖੋਜ ਤੇ ਪ੍ਰੋਟੋਪਲਾਜ਼ਮ ਦੀ ਪੂਰੀ ਜਾਣਕਾਰੀ ਨਾਲ ਇਹ ਹੋ ਸਕਦਾ ਹੈ। ਅਸੀਂ ਟੈਸਟ ਟਿਊਬ 'ਚ ਰਸਾਇਣਿਕ ਵਿਵਸਥਾ ਕਰ ਲਈਏ ਤਦ ਜੋ ਆਤਮਾਵਾਂ ਕੱਲ ਤੱਕ ਮਾਂ ਦੇ ਪੇਟ 'ਚ ਦਾਖਲ ਹੁੰਦੀਆਂ ਸੀ ਉਹ ਟੈਸਟ ਟਿਊਬ 'ਚ ਦਾਖਲ ਹੋ ਜਾਣਗੀਆਂ। ਪਰ ਆਤਮਾ ਪੈਦਾ ਨਹੀਂ ਹੋ ਰਹੀ ਹੈ। ਆਤਮਾ ਹੁਣ ਵੀ ਆ ਰਹੀ ਹੈ। ਜਨਮ ਦੀ ਘਟਨਾ ਦੂਰੀ ਘਟਨਾ ਹੈ। ਆਤਮਾ ਦੇ ਸੰਬੰਧ 'ਚ ਆਉਣ ਵਾਲੇ ਦਿਨ ਬਹੁਤ ਖਤਰਨਾਕ ਤੇ ਹਨੇਰੇ ਭਰੇ ਹੋਣ ਵਾਲੇ ਹਨ, ਕਿਉਂਕਿ ਵਿਗਿਆਨ ਦਾ ਹਰ ਐਲਾਨ ਬੰਦੇ ਨੂੰ ਇਹ ਯਕੀਨ ਦਿਵਾ ਦੇਗਾ ਕਿ ਆਤਮਾ ਨਹੀਂ ਹੈ। ਇਸ ਨਾਲ ਆਤਮਾ ਅਸਿੱਧ ਨਹੀਂ ਹੋਏਗੀ। ਇਸ ਨਾਲ ਸਿਰਫ ਬੰਦੇ ਦੇ ਅੰਦਰ ਜਾਣ ਦਾ ਜੋ ਸੰਕਲਪ ਸੀ ਉਹ ਮੱਧਮ ਹੋਏਗਾ। ਜੇ ਬੰਦੇ ਨੂੰ ਇਹ ਸਮਝ ਆਉਣ ਲੱਗੇ ਕਿ ਠੀਕ ਹੈ, ਉਮਰ ਵੱਧ ਗਈ, ਬੱਚੇ ਟੈਸਟ ਟਿਊਬ 'ਚ ਪੈਦਾ ਹੋਣ ਲੱਗੇ, ਹੁਣ ਕਿੱਥੇ ਆਤਮਾ? ਇਸ ਨਾਲ ਆਤਮਾ ਅਸਿੱਧ ਨਹੀਂ ਹੋਏਗੀ। ਇਸ ਨਾਲ ਸਿਰਫ ਬੰਦੇ ਦੀ ਜੋ ਕੋਸ਼ਿਸ਼ ਚੱਲਦੀ ਸੀ ਅੰਦਰ ਦੀ ਖੋਜ ਦੀ, ਉਹ ਬੰਦ ਹੋ ਜਾਏਗੀ। ਤੇ ਬਹੁਤ ਦੁਰਭਾਗ ਦੀ ਘਟਨਾ ਵਾਪਰਨ ਵਾਲੀ ਹੈ ਜੋ ਆਉਣ ਵਾਲੇ 50 ਸਾਲਾਂ 'ਚ ਵਾਪਰੇਗੀ। ਦੁਨੀਆ ਵਿੱਚ ਅੱਜ ਤੱਕ ਪ੍ਰਿਥਵੀ ਉੱਤੇ ਗਰੀਬ ਲੋਕ ਰਹੇ ਹਨ, ਦਰਿਦਰ ਲੋਕ ਰਹੇ ਹਨ,
ਦੁਖੀ ਲੋਕ ਰਹੇ ਹਨ, ਬਿਮਾਰ ਲੋਕ ਰਹੇ ਹਨ। ਉਹਨਾਂ ਦੀ ਉਮਰ ਘੱਟ ਸੀ, ਉਹਨਾਂ ਦੇ ਕੋਲ ਚੰਗਾ ਭੋਜਨ ਨਹੀਂ ਸੀ, ਕੱਪੜੇ ਨਹੀਂ ਸਨ ਚੰਗੇ, ਪਰ ਆਤਮਾ ਦੀ ਦ੍ਰਿਸ਼ਟੀ ਤੋਂ ਦਰਿੱਦਰ ਲੋਕਾਂ ਦੀ ਗਿਣਤੀ ਜਿੰਨੀ ਅੱਜ ਹੈ ਓਨੀ ਕਦੀ ਵੀ ਨਹੀਂ ਸੀ। ਤੇ ਉਹਦਾ ਸਿਰਫ ਇੱਕ ਹੀ ਕਾਰਨ ਹੈ ਕਿ ਅੰਦਰ ਕੁਝ ਹੈ ਹੀ ਨਹੀਂ। ਤਾਂ ਅੰਦਰ ਜਾਣ ਦਾ ਸਵਾਲ ਕੀ ਹੈ? ਇੱਕ ਵਾਰ ਜੇਕਰ ਮਨੁੱਖ ਜਾਤੀ ਨੂੰ ਇਹ ਵਿਸ਼ਵਾਸ ਆ ਗਿਆ ਕਿ ਅੰਦਰ ਕੁਝ ਹੈ ਹੀ ਨਹੀਂ, ਤਾਂ ਉੱਥੇ ਜਾਣ ਦਾ ਸਵਾਲ ਖਤਮ ਹੋ ਜਾਂਦਾ ਹੈ। ਆਉਣ ਵਾਲਾ ਭਵਿੱਖ ਬੇਹੱਦ ਹਨੇਰੇ ਭਰਿਆ ਤੇ ਖਤਰਨਾਕ ਹੋ ਸਕਦਾ ਹੈ। ਇਸ ਲਈ ਹਰ ਕੋਨੇ ਤੋਂ ਇਸ ਸੰਬੰਧ 'ਚ ਪ੍ਰਯੋਗ ਚੱਲਦੇ ਰਹਿਣੇ ਚਾਹੀਦੇ ਹਨ ਕਿ ਅਜਿਹੇ ਕੁਝ ਲੋਕ ਖੜੇ ਹੋ ਕੇ ਐਲਾਨ ਕਰਦੇ ਰਹਿਣ, ਸਿਰਫ ਸ਼ਬਦਾਂ ਦਾ ਤੇ ਸਿਧਾਂਤਾਂ ਦਾ ਨਹੀਂ, ਗੀਤਾ, ਕੁਰਾਨ ਤੇ ਬਾਈਬਲ ਨੂੰ ਦੁਹਰਾਉਣ ਦਾ ਨਹੀਂ, ਬਲਕਿ ਐਲਾਨ ਕਰ ਸਕਣ ਜਾਨਦਾਰ ਕਿ ਮੈਂ ਜਾਣਦਾ ਕਿ ਮੈਂ ਸਰੀਰ ਨਹੀਂ ਹਾਂ। ਨਾ ਸਿਰਫ ਇਹ ਐਲਾਨ ਸ਼ਬਦਾਂ ਦਾ ਹੋਵੇ, ਇਹ ਉਹਨਾਂ ਦੀ ਸਾਰੀ ਜ਼ਿੰਦਗੀ ਤੋਂ ਪ੍ਰਗਟ ਹੁੰਦਾ ਰਹੇ, ਤਾਂ ਸ਼ਾਇਦ ਅਸੀਂ ਮਨੁੱਖ ਨੂੰ ਬਚਾਉਣ 'ਚ ਕਾਮਯਾਬ ਹੋ ਸਕਦੇ ਹਾਂ। ਨਹੀਂ ਤਾਂ ਵਿਗਿਆਨ ਦੀ ਸਮੁੱਚੀ ਵਿਕਸਿਤ ਹਾਲਤ ਮਨੁੱਖ ਨੂੰ ਵੀ ਇੱਕ ਮਸ਼ੀਨ 'ਚ ਤਬਦੀਲ ਕਰ ਦੇਗੀ। ਤੇ ਜਿਸ ਦਿਨ ਮਨੁੱਖ ਜਾਤੀ ਨੂੰ ਇਹ ਖਿਆਲ ਆ ਜਾਏਗਾ ਕਿ ਅੰਦਰ ਕੁਝ ਵੀ ਨਹੀਂ ਹੈ, ਉਸ ਦਿਨ ਤੋਂ ਸ਼ਾਇਦ ਅੰਦਰ ਦੇ ਸਾਰੇ ਦੁਆਰ ਬੰਦ ਹੋ ਜਾਣਗੇ। ਤੇ ਉਸ ਤੋਂ ਬਾਅਦ ਕੀ ਹੋਏਗਾ ਕਹਿਣਾ ਮੁਸ਼ਕਿਲ ਹੈ। ਅੱਜ ਤੱਕ ਵੀ ਬਹੁਤੇ ਲੋਕਾਂ ਦੇ ਅੰਦਰ ਦੇ ਦੁਆਰ ਬੰਦ ਹਨ, ਪਰ ਕਦੇ-ਕਦੇ ਕੋਈ ਇੱਕ ਦਲੇਰ ਵਿਅਕਤੀ ਅੰਦਰ ਦੀਆਂ ਕੰਧਾਂ ਤੋੜ ਕੇ ਦਾਖਲ ਹੋ ਜਾਂਦਾ ਹੈ। ਕਦੇ ਕੋਈ ਇੱਕ ਮਹਾਵੀਰ, ਕਦੇ ਕੋਈ ਇੱਕ ਬੁੱਧ, ਕਦੇ ਕੋਈ ਇੱਕ ਕ੍ਰਾਈਸਟ, ਕਦੇ ਕੋਈ ਇੱਕ ਲਾਓ ਤਸੇ ਤੋੜ ਦਿੰਦਾ ਕੰਧ ਤੇ ਅੰਦਰ ਦਾਖਲ ਹੋ ਜਾਂਦਾ ਹੈ। ਉਹਦੀ ਸੰਭਾਵਨਾ ਵੀ ਰੋਜ਼-ਰੋਜ਼ ਘੱਟ ਹੁੰਦੀ ਜਾ ਰਹੀ ਹੈ। ਹੋ ਸਕਦਾ 100-200 ਸਾਲਾਂ ਦੇ ਬਾਅਦ, ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਮੈਂ ਕਹਿੰਦਾ ਜ਼ਿੰਦਗੀ ਹੈ, ਮੌਤ ਨਹੀਂ ਹੈ, 100-200 ਸਾਲਾਂ ਬਾਅਦ ਮਨੁੱਖ ਕਹੇ ਕਿ ਮੌਤ ਹੈ, ਜ਼ਿੰਦਗੀ ਨਹੀਂ ਹੈ। ਇਹਦੀ ਤਿਆਰੀ ਤਾਂ ਪੂਰੀ ਹੋ ਗਈ ਹੈ। ਇਹਨੂੰ ਕਹਿਣ ਵਾਲੇ ਲੋਕ ਤਾਂ ਖੜੇ ਹੋ ਗਏ ਹਨ। ਆਖਰ ਮਾਰਕਸ ਕੀ ਕਹਿ ਰਿਹਾ ਹੈ? ਮਾਰਕਸ ਇਹ ਕਹਿ ਰਿਹਾ ਹੈ ਕਿ ਮੈਟਰ ਹੈ, ਮਾਈਂਡ ਨਹੀਂ ਹੈ। ਮਾਰਕਸ ਇਹ ਕਹਿ ਰਿਹਾ ਕਿ ਪਦਾਰਥ ਹੈ, ਪਰਮਾਤਮਾ ਨਹੀਂ ਹੈ। ਤੇ ਜੋ ਤੁਹਾਨੂੰ ਪਰਮਾਤਮਾ ਜਾਪਦਾ ਹੁੰਦਾ ਹੈ, ਉਹ ਵੀ ਬਾਈ ਪ੍ਰੋਡਕਟ ਹੈ ਮੈਟਰ ਦਾ, ਉਹ ਵੀ ਪਦਾਰਥ ਦੀ ਹੀ ਉਪਜ ਹੈ, ਉਹ ਵੀ ਪਦਾਰਥ ਤੋਂ ਹੀ ਪੈਦਾ ਹੋਇਆ ਹੈ। ਮਾਰਕਸ ਇਹ ਕਹਿ ਰਿਹਾ ਹੈ ਕਿ ਜ਼ਿੰਦਗੀ ਨਹੀਂ ਹੈ, ਮੌਤ ਹੈ। ਕਿਉਂਕਿ ਜੇਕਰ ਆਤਮਾ ਨਹੀਂ ਹੈ ਤੇ ਪਦਾਰਥ ਹੀ ਹੈ, ਤੇ ਫਿਰ ਜ਼ਿੰਦਗੀ ਨਹੀਂ ਹੈ, ਮੌਤ ਹੀ ਹੈ। ਮਾਰਕਸ ਦੀ ਇਸ ਗੱਲ ਦਾ ਪ੍ਰਭਾਵ ਵੱਧਦਾ ਚਲਾ ਗਿਆ ਹੈ। ਇਹ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ। ਦੁਨੀਆ 'ਚ ਅਜਿਹੇ ਲੋਕ ਰਹੇ ਹਨ ਹਮੇਸ਼ਾ ਜਿਨ੍ਹਾਂ ਨੇ ਆਤਮਾ ਨੂੰ ਇਨਕਾਰ ਕੀਤਾ ਹੈ, ਪਰ ਆਤਮਾ ਨੂੰ ਇਨਕਾਰ ਕਰਨ ਵਾਲਿਆਂ ਦਾ ਧਰਮ ਅੱਜ ਤੱਕ ਦੁਨੀਆ 'ਚ ਪੈਦਾ ਨਹੀਂ ਹੋਇਆ ਸੀ। ਮਾਰਕਸ ਨੇ ਪਹਿਲੀ ਵਾਰ ਆਤਮਾ ਨੂੰ ਇਨਕਾਰ ਕਰਨ ਵਾਲੇ ਲੋਕਾਂ ਦਾ ਧਰਮ ਪੈਦਾ ਕਰ ਲਿਆ ਹੈ। ਨਾਸਤਿਕਾਂ ਦਾ ਅੱਜ ਤੱਕ ਕੋਈ ਆਰਗੇਨਾਈਜੇਸ਼ਨ ਨਹੀਂ ਸੀ। ਉਹ ਚਾਰਵਾਕ ਸਨ, ਬ੍ਰਹਸਪਤੀ ਸਨ, ਐਪੀਕੁਰਸ ਸਨ। ਦੁਨੀਆ 'ਚ ਅਨੋਖੇ ਲੋਕ ਹੋਏ ਜਿਨ੍ਹਾਂ ਨੇ ਇਹ ਕਿਹਾ ਕਿ ਨਹੀਂ ਹੈ ਆਤਮਾ, ਪਰ ਉਹਨਾਂ ਦਾ ਕੋਈ ਆਰਗੇਨਾਈਜੇਸ਼ਨ ਨਹੀਂ, ਉਹਨਾਂ ਦਾ ਕੋਈ ਚਰਚ, ਉਹਨਾਂ ਦਾ ਕੋਈ ਸੰਗਠਨ ਨਹੀਂ ਸੀ। ਮਾਰਕਸ ਦੁਨੀਆ 'ਚ ਪਹਿਲਾ ਨਾਸਤਕ ਹੈ ਜਿਹਦੇ ਕੋਲ ਆਰਗੇਨਾਈਜ਼ਡ ਚਰਚ ਹੈ, ਤੇ ਅੱਧੀ ਦੁਨੀਆ ਉਹਦੇ ਚਰਚ ਦੇ ਅੰਦਰ ਖੜੀ ਹੋ ਗਈ ਹੈ। ਤੇ ਆਉਣ ਵਾਲੇ 50 ਸਾਲਾਂ 'ਚ ਬਾਕੀ ਅੱਧੀ ਦੁਨੀਆ ਵੀ ਖੜੀ ਹੋ ਜਾਏਗੀ। ਆਤਮਾ ਤਾਂ ਹੈ, ਪਰ ਉਹਨੂੰ ਜਾਣਨ ਤੇ ਪਛਾਣਨ ਦੇ ਸਾਰੇ ਦੁਆਰ ਬੰਦ ਹੁੰਦੇ ਜਾ ਰਹੇ ਹਨ। ਜ਼ਿੰਦਗੀ ਤਾਂ ਹੈ, ਪਰ ਉਸ ਜ਼ਿੰਦਗੀ ਨਾਲ ਸੰਬੰਧਿਤ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਮੱਧਮ ਹੁੰਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਕਿ ਸਾਰੇ ਦੁਆਰ ਬੰਦ ਹੋ ਜਾਣ, ਜਿਨ੍ਹਾਂ 'ਚ ਥੋੜੀ ਵੀ ਸਮਰੱਥਾ ਤੇ ਹਿੰਮਤ ਹੈ, ਉਹਨਾਂ ਨੂੰ ਆਪਣੇ ਉੱਪਰ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅੰਦਰ ਜਾਣ ਦੀ, ਤਾਂ ਜੋ ਅਨੁਭਵ ਕਰ ਸਕਣ। ਤੇ ਜੇਕਰ ਦੁਨੀਆ 'ਚ 100-200 ਲੋਕ ਵੀ ਅੰਦਰ ਦੀ ਜੋਤ ਨੂੰ ਅਨੁਭਵ ਕਰਦੇ ਹੋਣ, ਤਾਂ ਕੋਈ ਖਤਰਾ ਨਹੀਂ ਹੈ। ਕਰੋੜਾਂ ਲੋਕਾਂ ਦੇ ਅੰਦਰ ਦਾ ਹਨੇਰਾ ਵੀ ਥੋੜੇ ਜਿਹੇ ਲੋਕਾਂ ਦੀ ਜੀਵਨ ਜੋਤ ਨਾਲ ਦੂਰ ਹੋ ਸਕਦਾ ਹੈ ਤੇ ਟੁੱਟ ਸਕਦਾ ਹੈ। ਇੱਕ ਛੋਟਾ ਜਿਹਾ ਦੀਵਾ ਤੇ ਪਤਾ ਨਹੀਂ ਕਿੰਨੇ ਹਨੇਰੇ ਨੂੰ ਤੋੜ ਦਿੰਦਾ ਹੈ। ਜੇਕਰ ਇੱਕ ਪਿੰਡ 'ਚ ਇੱਕ ਬੰਦਾ ਵੀ ਹੈ ਜਿਹੜਾ ਜਾਣਦਾ ਹੈ ਕਿ ਆਤਮਾ ਅਮਰ ਹੈ, ਤਾਂ ਉਸ ਪਿੰਡ ਦਾ ਪੂਰਾ ਮਾਹੌਲ, ਉਸ ਪਿੰਡ ਦੀ ਪੂਰੀ ਹਵਾ, ਉਸ ਪਿੰਡ ਦੀ ਪੂਰੀ ਜ਼ਿੰਦਗੀ ਬਦਲ ਜਾਏਗੀ। ਇੱਕ ਛੋਟਾ ਜਿਹਾ ਫੁੱਲ ਖਿੜਦਾ ਹੈ, ਦੂਰ ਦੂਰ ਦੇ ਰਾਹਾਂ ਤੇ ਉਹਦੀ ਸੁਗੰਧੀ ਫੈਲ ਜਾਂਦੀ ਹੈ।
ਇੱਕ ਬੰਦਾ ਵੀ ਜੇਕਰ ਇਸ ਗੱਲ ਨੂੰ ਜਾਣਦਾ ਹੈ ਕਿ ਆਤਮਾ ਅਮਰ ਹੈ ਤਾਂ ਉਸ ਇੱਕ ਆਦਮੀ ਦਾ ਇੱਕ ਪਿੰਡ ਵਿੱਚ ਹੋਣਾ ਪੂਰੇ ਪਿੰਡ ਦੀ ਆਤਮਾ ਦੀ ਸ਼ੁੱਧੀ ਦਾ ਕਾਰਨ ਬਣ ਸਕਦਾ ਹੈ। ਪਰ ਸਾਡੇ ਦੇਸ਼ ਵਿੱਚ ਤਾਂ ਕਿੰਨੇ ਸਾਧੂ ਹਨ, ਕਿੰਨੇ ਚਿਲਾਉਣ ਤੇ ਸ਼ੋਰ ਮਚਾਉਣ ਵਾਲੇ ਲੋਕ ਹਨ ਕਿ ਆਤਮਾ ਅਮਰ ਹੈ, ਤੇ ਉਹਨਾਂ ਦੀ ਇੰਨੀ ਲੰਮੀ ਕਤਾਰ, ਇੰਨੀ ਭੀੜ ਤੇ ਮੁਲਕ ਦਾ ਇਹ ਨੈਤਿਕ ਚਰਿੱਤਰ ਤੇ ਮੁਲਕ ਦਾ ਇਹ ਪਤਨ, ਇਹ ਸਾਬਤ ਕਰਦਾ ਹੈ ਕਿ ਇਹ ਸਭ ਧੋਖੇਬਾਜ਼ ਧੰਦਾ ਹੈ। ਇੱਥੇ ਕਿਤੇ ਕੋਈ ਆਤਮਾ ਉਤਮਾ ਨੂੰ ਜਾਣਨ ਵਾਲਾ ਨਹੀਂ ਹੈ। ਇੰਨੀ ਭੀੜ, ਇੰਨੀ ਕਤਾਰ, ਇੰਨੀ ਮਿਲਟਰੀ, ਇੰਨਾ ਵੱਡਾ ਸਰਕਸ ਸਾਧੂਆਂ ਦਾ ਸਾਰੇ ਮੁਲਕ ਵਿੱਚ, ਕੋਈ ਮੂੰਹ ਤੇ ਪੱਟੀ ਬੰਨੀ ਇੱਕ ਤਰ੍ਹਾਂ ਦਾ ਸਰਕਸ ਕਰ ਰਹੇ ਹਨ, ਕੋਈ ਡੰਡਾ ਲਈ ਦੂਜੀ ਤਰ੍ਹਾਂ ਦਾ ਸਰਕਸ ਕਰ ਰਹੇ ਹਨ, ਕੋਈ ਤੀਸਰੀ ਤਰ੍ਹਾਂ ਦਾ ਸਰਕਸ ਕਰ ਰਹੇ ਹਨ। ਇਹ ਇੰਨੀ ਭੀੜ ਆਤਮਾ ਨੂੰ ਜਾਣਨ ਵਾਲੇ ਲੋਕਾਂ ਦੀ ਹੋਵੇ ਤੇ ਮੁਲਕ ਦਾ ਜੀਵਨ ਇੰਨਾ ਹੇਠਾਂ ਡਿੱਗਦਾ ਚਲਾ ਜਾਏ, ਇਹ ਅਸੰਭਵ ਹੈ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਲੋਕ ਕਹਿੰਦੇ ਹਨ ਕਿ ਆਮ ਆਦਮੀ ਨੇ ਦੁਨੀਆ ਦੇ ਚਰਿੱਤਰ ਨੂੰ ਵਿਗਾੜਿਆ ਹੈ, ਉਹ ਗਲਤ ਕਹਿੰਦੇ ਹਨ। ਆਮ ਆਦਮੀ ਹਮੇਸ਼ਾ ਅਜਿਹਾ ਰਿਹਾ ਹੈ। ਦੁਨੀਆ ਦਾ ਚਰਿੱਤਰ ਉੱਚਾ ਸੀ ਕੁਝ ਥੋੜੇ ਜਿਹੇ ਲੋਕਾਂ ਦੇ ਆਤਮ ਅਨੁਭਵ ਦੀ ਵਜ੍ਹਾ ਨਾਲ। ਆਮ ਆਦਮੀ ਹਮੇਸ਼ਾ ਅਜਿਹਾ ਸੀ। ਆਮ ਆਦਮੀ ਵਿੱਚ ਕੋਈ ਫਰਕ ਨਹੀਂ ਪੈ ਗਿਆ। ਆਮ ਆਦਮੀ ਦੇ ਦਰਮਿਆਨ ਕੁਝ ਲੋਕ ਸਨ ਜਾਨਦਾਰ, ਜੋ ਸਮਾਜ ਤੇ ਉਹਦੀ ਚੇਤਨਾ ਨੂੰ ਹਮੇਸ਼ਾ ਉੱਚਾ ਕਰਦੇ ਰਹੇ, ਹਮੇਸ਼ਾ ਉੱਪਰ ਖਿੱਚਦੇ ਰਹੇ। ਉਹਨਾਂ ਦੀ ਮੌਜੂਦਗੀ, ਉਹਨਾਂ ਦੀ ਪ੍ਰੈਜ਼ੈਂਸ ਕੈਟਾਲਿਟਿਕ ਏਜੰਟ ਦਾ ਕੰਮ ਕਰਦੀ ਰਹੀ ਤੇ ਬੰਦੇ ਦੀ ਜ਼ਿੰਦਗੀ ਨੂੰ ਉੱਪਰ ਖਿੱਚਦੀ ਰਹੀ ਹੈ। ਤੇ ਜੇਕਰ ਅੱਜ ਦੁਨੀਆ 'ਚ ਬੰਦੇ ਦਾ ਚਰਿੱਤਰ ਇੰਨਾ ਨੀਵਾਂ ਹੈ ਤਾਂ ਜ਼ਿੰਮੇਵਾਰ ਹਨ ਸਾਧੂ, ਜ਼ਿੰਮੇਵਾਰ ਹਨ ਮਹਾਤਮਾ, ਜ਼ਿੰਮੇਵਾਰ ਹਨ ਧਰਮ ਦੀਆਂ ਗੱਲਾਂ ਕਰਨ ਵਾਲੇ ਝੂਠੇ ਲੋਕ। ਆਮ ਬੰਦਾ ਜ਼ਿੰਮੇਵਾਰ ਨਹੀਂ ਹੈ। ਉਹਦੀ ਕਦੀ ਕੋਈ ਰਿਸਪਾਂਸਿਬਿਲਿਟੀ ਨਹੀਂ ਹੈ, ਪਹਿਲਾਂ ਵੀ ਨਹੀਂ ਸੀ, ਅੱਜ ਵੀ ਨਹੀਂ ਹੈ। ਜੇਕਰ ਦੁਨੀਆ ਨੂੰ ਬਦਲਣਾ ਹੋਵੇ ਤਾਂ ਇਸ ਬਕਵਾਸ ਨੂੰ ਛੱਡ ਦਿਓ ਕਿ ਅਸੀਂ ਇੱਕ ਬੰਦੇ ਦਾ ਚਰਿੱਤਰ ਸੁਧਾਰਾਂਗੇ, ਕਿ ਅਸੀਂ ਇੱਕ ਆਦਮੀ ਨੂੰ ਨੈਤਿਕ ਸਿੱਖਿਆ ਦਾ ਪਾਠ ਦੇਵਾਂਗੇ। ਜੇਕਰ ਦੁਨੀਆ ਨੂੰ ਬਦਲਣਾ ਚਾਹੁੰਦੇ ਹੋ ਤਾਂ ਕੁਝ ਥੋੜੇ ਜਿਹੇ ਲੋਕਾਂ ਨੂੰ ਬੇਹੱਦ ਇੰਟੈਂਸ ਇਨਰ ਐਕਸਪੈਰੀਮੈਂਟ ਵਿੱਚੋਂ ਦੀ ਲੰਘਣਾ ਪਏਗਾ। ਜੋ ਲੋਕ ਬਹੁਤ ਅੰਦਰੂਨੀ ਪ੍ਰਯੋਗ ਵਿੱਚੋਂ ਲੰਘਣ ਨੂੰ ਰਾਜ਼ੀ ਹਨ, ਵੱਧ ਨਹੀਂ, ਸਿਰਫ ਇੱਕ ਮੁਲਕ 'ਚ 100 ਲੋਕ ਆਤਮਾ ਨੂੰ ਜਾਣਨ ਦੀ ਹਾਲਤ ਵਿੱਚ ਪਹੁੰਚ ਜਾਣ ਤਾਂ ਪੂਰੇ ਮੁਲਕ ਦਾ ਜੀਵਨ ਆਪਣੇ ਆਪ ਉੱਪਰ ਉੱਠ ਜਾਏਗਾ। 100 ਦੀਵੇ ਜਗਦੇ ਤੇ ਸਾਰਾ ਮੁਲਕ ਉੱਪਰ ਉੱਠ ਸਕਦਾ ਹੈ। ਤਾਂ ਮੈਂ ਤਾਂ ਰਾਜ਼ੀ ਹੋ ਗਿਆ ਸੀ ਇਸ ਗੱਲ ਉੱਤੇ ਬੋਲਣ ਦੇ ਲਈ, ਸਿਰਫ ਇਸ ਲਈ ਕਿ ਹੋ ਸਕਦਾ ਹੈ ਕੋਈ ਹਿੰਮਤ ਵਾਲਾ ਬੰਦਾ ਆ ਜਾਏ ਤਾਂ ਉਹਨੂੰ ਮੈਂ ਸੱਦਾ ਦੇਵਾਂਗਾ ਕਿ ਮੇਰੀ ਤਿਆਰੀ ਹੈ ਅੰਦਰ ਲੈ ਚੱਲਣ ਦੀ, ਤੇਰੀ ਤਿਆਰੀ ਹੋਵੇ ਤਾਂ ਆ ਜਾ। ਤਾਂ ਉੱਥੇ ਦੱਸਿਆ ਜਾ ਸਕਦਾ ਹੈ ਕਿ ਜ਼ਿੰਦਗੀ ਕੀ ਹੈ ਤੇ ਮੌਤ ਕੀ ਹੈ। ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਤੇ ਸ਼ਾਂਤੀ ਨਾਲ ਸੁਣਿਆ, ਉਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।